ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਅਸੀਂ ਡੋਨਾਲਡ ਟਰੰਪ ਦੇ ਉਸ ਫੈਸਲੇ ਤੇ ਜਿਨ੍ਹਾਂ ਨੂੰ ਲੈ ਕੇ ਉਸਨੇ ਰੋਕ ਲਗਾ ਦਿੱਤੀ ਹੈ ਅਤੇ ਫੈਸਲਾ ਵਿਦਿਆਰਥੀਆਂ ਨੂੰ ਬਹੁਤ ਵੱਡੀ ਰਾਹਤ ਦੇ ਰਿਹਾ ਹੈ। ਵਿਦਿਆਰਥੀ ਵੀਜ਼ੇ ਲਗਾਤਾਰ ਰੱਦ ਹੋ ਰਹੇ ਸੀ, ਇਸ ਨੂੰ ਲੈ ਕੇ ਹੀ ਹੁਣ ਇੱਕ ਵਾਰ ਫਿਰ ਤੋਂ ਫੈਸਲਾ ਆਇਆ ਜਿਸ ਨੇ ਇੱਕ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਬਾਅਦ ਡੋਨਾਲਡ ਟਰੰਪ ਦੀ ਆਪਣੇ ਤੀਸਰੇ ਕਾਰਜਕਾਲ ਦੀ ਤਿਆਰੀ। ਜੀ ਹਾਂ, ਡੋਨਾਲਡ ਟਰੰਪ ਆਪਣੇ ਤੀਸਰੇ ਕਾਰਜਕਾਲ ਦੀ ਤਿਆਰੀ ਸ਼ੁਰੂ ਕਰਨ ਲੱਗੇ ਨੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਲ ਭਾਰਤ ਦੇ ਸਬੰਧ ਜੋ ਵਿਗੜਦੇ ਜਾ ਰਹੇ ਨੇ, ਇਹਨਾਂ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜੋ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਉਸ ਬਾਰੇ ਗੱਲ ਕਰਦੇ ਹਾਂ। ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਡੋਨਾਲਡ ਟਰੰਪ ਵੱਲੋਂ ਵਿਦਿਆਰਥੀਆਂ ਦੇ ਵੀਜ਼ੇ ਲਗਾਤਾਰ ਰੱਦ ਕੀਤੇ ਜਾ ਰਹੇ ਸੀਗੇ। ਹੁਣ ਤੱਕ 4700 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸੀਗੇ। ਇਨ੍ਹਾਂ ਵੀਜ਼ੇ ਦੇ ਰੱਦ ਹੋਣ ਤੋਂ ਬਾਅਦ ਵਿਦਿਆਰਥੀ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ। ਕੁਝ ਵਿਦਿਆਰਥੀਆਂ ਨੇ ਟਰੰਪ ਸਰਕਾਰ ਦੇ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਅਦਾਲਤ ਦੇ ਵਿੱਚ। ਅਦਾਲਤ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਵਿਦਿਆਰਥੀਆਂ ਨੂੰ ਇੱਕੋ ਹੀ ਉਮੀਦ ਸੀ ਕਿ ਅਦਾਲਤ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ ਔਰ ਕਿਤੇ ਨਾ ਕਿਤੇ ਇਹ ਇਨਸਾਫ ਮਿਲਿਆ ਵੀ ਹੈ, ਜਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਉੱਤੇ ਵੀ ਬਹੁਤ ਵੱਡਾ ਸੰਕਟ ਸੀਗਾ ਔਰ ਵਿਦਿਆਰਥੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਦਾ ਮਾਹੌਲ ਇਸ ਕਰਕੇ ਵੀ ਸੀਗਾ ਕਿਉਂਕਿ ਵਿਦਿਆਰਥੀ ਉਹ ਵੀ ਇਸ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਕੋਈ ਗੁਨਾਹ ਵੀ ਨਹੀਂ ਕੀਤਾ ਸੀ, ਯਾਨੀ ਕਿ ਕਿਸੇ ਵੀ ਚੀਜ਼ ਦਾ ਉਹਨਾਂ ਨੇ ਉਲੰਘਣਾ ਨਹੀਂ ਕੀਤੀ ਸੀ, ਪਰ ਫਿਰ ਵੀ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ। ਇਸ ਵਿੱਚ 50% ਭਾਰਤੀ ਸ਼ਾਮਲ ਸੀ ਵਿਦਿਆਰਥੀ ਔਰ ਇਸ ਤੋਂ ਬਾਅਦ ਸਾਰੇ ਹੀ ਵਿਦਿਆਰਥੀਆਂ ਦੇ ਮਨ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਸੀ। ਹਰ ਇੱਕ ਵਿਦਿਆਰਥੀ ਨੂੰ ਇਸ ਗੱਲ ਦੀ ਚਿੰਤਾ ਲੱਗਣ ਲੱਗ ਗਈ ਕਿ ਆਖਿਰ ਕਦੋਂ ਉਸਦਾ ਨੰਬਰ ਲੱਗ ਜਾਏ ਉਸ ਨੂੰ ਨਹੀਂ ਪਤਾ ਚੱਲੇਗਾ। ਵਿਦਿਆਰਥੀ ਨੂੰ ਡਾਇਰੈਕਟ ਈਮੇਲਸ ਮਿਲੀਆਂ। ਇਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਸੂਚਨਾ ਨਹੀਂ ਮਿਲੀ ਕਿ ਉਹਨਾਂ ਦੇ ਵੀਜ਼ੇ ਰੱਦ ਹੋਣ ਵਾਲੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਹੋਵੇ। ਡਾਇਰੈਕਟ ਉਹਨਾਂ ਨੂੰ ਈਮੇਲਸ ਮਿਲੀਆਂ ਅਤੇ ਚੇਤਾਵਨੀ ਦਿੱਤੀ ਗਈ ਖੁਦ ਦੇਸ਼ ਨਿਕਾਲਾ ਦੇ ਦੇਣ ਕਿਉਂਕਿ ਉਹਨਾਂ ਦੇ ਸਟੱਡੀ ਵੀਜ਼ੇ ਰੱਦ ਕਰ ਦਿੱਤੇ ਗਏ ਨੇ। ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਜੋ ਨੇ ਸਟੱਡੀ ਵੀਜ਼ਾ ਤੇ ਸਟੱਡੀ ਕਰ ਰਹੇ ਨੇ, ਖਾਸ ਤੌਰ ਤੇ ਵਿਦੇਸ਼ੀ ਵਿਦਿਆਰਥੀ। ਔਰ ਇਹਨਾਂ ਵਿਦੇਸ਼ੀ ਵਿਦਿਆਰਥੀਆਂ ਦੇ ਉੱਤੇ ਕਦੋਂ ਮੁਕੱਦਮਾ ਦਾਇਰ ਹੋ ਰਿਹਾ ਸੀ ਇਹਨਾਂ ਨੂੰ ਕੁਝ ਨਹੀਂ ਸੀ ਪਤਾ। ਮੁਕੱਦਮਾ ਨਹੀਂ ਕਹਿ ਸਕਦੀ ਮੈਂ, ਇੱਕ ਹਿਸਾਬ ਦੇ ਨਾਲ ਕਦੋਂ ਇਹਨਾਂ ਦੇ ਵੀਜ਼ੇ ਰੱਦ ਹੋ ਰਹੇ ਸੀਗੇ। ਕਰੋੜਾਂ ਰੁਪਏ ਲਗਾ ਕੇ ਵਿਦਿਆਰਥੀ ਅਮਰੀਕਾ ਦੇ ਵਿੱਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਆਏ ਸੀ, ਪਰ 21 ਮਿੰਟਾਂ ਦੇ ਵਿੱਚ ਡੋਨਾਲਡ ਟਰੰਪ ਸਰਕਾਰ ਨੇ ਇਹਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਸੀ। ਫਿਰ ਵਿਦਿਆਰਥੀਆਂ ਨੂੰ ਇੱਕੋ ਹੀ ਰਾਹ ਲੱਭਿਆ, ਉਹ ਸੀ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਇਹ ਫੈਸਲਾ ਹੁਣ ਟਰੰਪ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ। ਇਮੀਗ੍ਰੇਸ਼ਨ ਦੇ ਮੁੱਦੇ ਤੇ ਇੱਕ ਵੱਡਾ ਫੈਸਲਾ ਲੈਂਦਿਆਂ ਟਰੰਪ ਸਰਕਾਰ ਵੱਲੋਂ ਸੈਂਕੜੇ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਸੀਗੇ। ਕਾਰਨ ਚਾਹੇ ਵੱਖ-ਵੱਖ ਸੀ, ਪਰ ਕਈਆਂ ਦਾ ਕੋਈ ਕਾਰਨ ਵੀ ਨਹੀਂ ਸੀ। ਵੀਜ਼ੇ ਰੱਦ ਹੋਣ ਮਗਰੋਂ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਮੁਕੱਦਮੇ ਦਾਇਰ ਕਰ ਦਿੱਤੇ ਅਤੇ ਇਹਨਾਂ ਦੀ ਸੁਣਵਾਈ ਦੌਰਾਨ ਹੀ ਚੰਗੀ ਖਬਰ ਸੁਣਨ ਨੂੰ ਮਿਲੀ ਹੈ। ਕੈਲੀਫੋਰਨੀਆ ਦੇ ਓਕਲੈਂਡ ਦੀ ਫੈਡਰਲ ਅਦਾਲਤ ਵਿੱਚ ਦਾਇਰ ਮੁਕੱਦਮੇ ਦੀ ਸੁਣਵਾਈ ਮੌਕੇ ਸਹਾਇਕ ਅਟਾਰਨੀ ਐਲਿਜ਼ਾਬੈਥ ਕਰਨਲ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਰੱਦ ਕੀਤੇ ਸਟੱਡੀ ਵੀਜ਼ੇ ਆਈਸ ਵੱਲੋਂ ਬਹਾਲ ਕੀਤੇ ਜਾ ਰਹੇ ਹਨ। ਬਿਲਕੁਲ ਇਸੇ ਕਿਸਮ ਦਾ ਬਿਆਨ ਵਾਸ਼ਿੰਗਟਨ ਦੀ ਅਦਾਲਤ ਵਿੱਚ ਸਾਹਮਣੇ ਆਇਆ। ਕੌਮਾਂਤਰੀ ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਵਕੀਲ ਬ੍ਰਾਇਨ ਗ੍ਰੀਨ ਵੱਲੋਂ ਸਰਕਾਰੀ ਬਿਆਨ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਵਿੱਚ ਲਿਖਿਆ ਗਿਆ ਕਿ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵੱਲੋਂ ਇੱਕ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਦੋਂ ਤੱਕ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਦਾ ਰਿਕਾਰਡ ਐਕਟਿਵ ਰਹੇਗਾ ਜਾਂ ਇਸ ਨੂੰ ਰੀਐਕਟੀਵੇਟ ਕਰ ਦਿੱਤਾ ਜਾਵੇਗਾ। यानी कि उदों तक कोई भी कार्रवाई नहीं होगी, कोई भी वीज़ा रद्द नहीं होगा क्योंकि एक नवी रणनीति जो है बनाई जा रही है। दस दिए कि स्टूडेंट एंड एक्सचेंज विजिटर इन्फॉर्मेशन सिस्टम तहत कौमांतरी विद्यार्थी के वीज़े स्टेटस ट्रैक किए जाते हैं। 1300 तो वध कौमांतरी विद्यार्थियों के वीज़े अचनचेत रद्द होने मगरों कुछ सैल्फ डिपोर्ट हो गए, जबकि कुछ ने क्लासां विच जाना ही बंद कर दिता। पर वड्डी गिनती विच विद्यार्थियों ने अदालत का दरवाजा खड़काउण दा फैसला लिया। उधर दूसरे पासे होमलैंड सिक्योरिटी विभाग की सहायक मंत्री ट्रिशिया ने इस बारे कहा कि आइस वालों रद्द वीज़िया बारे नीति विच कोई तब्दीली नहीं की गई।
ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਗ੍ਰੈਗ ਚੈਨ ਦਾ ਕਹਿਣਾ ਹੈ ਕਿ ਗੈਰ ਯਕੀਨੀ ਵਾਲਾ ਮਾਹੌਲ ਬਰਕਰਾਰ ਹੈ। ਫਿਲਹਾਲ ਸਪਸ਼ਟ ਹੋਣਾ ਬਾਕੀ ਹੈ ਕਿ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਗਲਤੀ ਨਾਲ ਰੱਦ ਹੋ ਗਏ ਜਾਂ ਸਭਨਾਂ ਨੂੰ ਰਾਹਤ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਆਲਮੋਸਟ ਜਿਨ੍ਹਾਂ ਨੂੰ ਵੀ ਵੀਜ਼ੇ ਰੱਦ ਕੀਤੇ ਗਏ ਸੀ ਉਹਨਾਂ ਸਭ ਨੂੰ ਹੀ ਇਸ ਤੋਂ ਰਾਹਤ ਮਿਲ ਚੁੱਕੀ ਹੈ, ਯਾਨੀ ਕਿ ਸਭ ਦੇ ਵੀਜ਼ੇ ਜੋ ਰੱਦ ਹੋਏ ਸੀ ਉਸ ਤੇ ਰੋਕ ਲੱਗ ਚੁੱਕੀ ਹੈ। ਇਸੇ ਦੌਰਾਨ ਬ੍ਰਾਇਨ ਗ੍ਰੀਨ ਨੇ ਵੀ ਕਿਹਾ ਕਿ ਉਹਨਾਂ ਦਾ ਕੰਮ ਵਿਦਿਆਰਥੀਆਂ ਦਾ ਵੀਜ਼ਾ ਬਹਾਲ ਕਰਵਾਉਣਾ ਸੀ, ਜੋ ਆਈਸ ਦੇ ਬਿਆਨ ਮੁਤਾਬਕ ਹੋ ਚੁੱਕਿਆ ਹੈ। ਪਰ ਆਕਲੈਂਡ ਦੇ ਵਕੀਲਾਂ ਨੇ ਇਹ ਕਿਹਾ ਕਿ ਉਹ ਅਦਾਲਤ ਤੋਂ ਕੌਮੀ ਪੱਧਰ ਦਾ ਹੁਕਮ ਚਾਹੁੰਦੇ ਹਨ ਜਿਸ ਰਾਹੀਂ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈਣ ਤੇ ਰੋਕ ਲੱਗੇ ਅਤੇ ਕੰਮ ਕਰਨ ਦੀ ਖੁੱਲ੍ਹ ਮਿਲ ਸਕੇ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇਸੇ ਡਰ ਕਰਕੇ ਕਿ ਕਦੋਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਜਾਂ ਫਿਰ ਕਿਸੇ ਹੋਰ ਚੀਜ਼ ਕਰਕੇ ਉਹਨਾਂ ਤੇ ਕੋਈ ਮੁਕੱਦਮਾ ਦਾਇਰ ਨਾ ਕਰ ਦਿੱਤਾ ਜਾਵੇ, ਬਹੁਤ ਸਾਰੇ ਵਿਦਿਆਰਥੀਆਂ ਨੇ ਉੱਥੇ ਕੰਮ ਕਰਨਾ ਛੱਡ ਦਿੱਤਾ। ਇੱਕ ਪਾਰਟ ਟਾਈਮ ਜੋਬ ਜੋ ਆਪਣੇ ਲਈ ਕਰਦੇ ਸੀ, ਆਰਥਿਕ ਸਥਿਤੀ ਨੂੰ ਸੁਧਾਰਨ ਵਾਸਤੇ ਕਰਦੇ ਸੀ, ਉਸ ਚੀਜ਼ ਨੂੰ ਉਹਨਾਂ ਨੇ ਰੋਕ ਦਿੱਤਾ ਤੇ ਸਿਰਫ ਔਰ ਸਿਰਫ ਸਟੱਡੀ ਵੱਲ ਧਿਆਨ ਦਿੱਤਾ। ਪਰ ਇਸ ਦੇ ਬਾਵਜੂਦ ਵੀ ਅਮਰੀਕਾ 'ਚ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣੇ ਸ਼ੁਰੂ ਹੋ ਚੁੱਕੇ ਸੀਗੇ। ਇਸ ਕਰਕੇ ਵਿਦਿਆਰਥੀਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਡਰ ਬੈਠ ਗਿਆ ਸੀਗਾ ਔਰ ਵਿਦਿਆਰਥੀ ਬਹੁਤ ਸਾਰੇ ਐਸੇ ਨੇ ਜੋ ਇਸ ਸਮੇਂ ਕੋਈ ਵੀ ਕੰਮ ਨਹੀਂ ਕਰ ਰਹੇ ਨੇ ਔਰ ਉਹਨਾਂ ਨੂੰ ਕੰਮ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ। ਇਸ ਕਰਕੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਵਿਦਿਆਰਥੀਆਂ ਦੀ ਹਿਰਾਸਤ ਵਿੱਚ ਰੋਕ ਤਾਂ ਲੱਗੇ, ਇਸ ਦੇ ਨਾਲ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਖੁੱਲ੍ਹ ਵੀ ਮਿਲ ਸਕੇ। ਉਧਰ ਹੀ ਐਂਟਲਾਟਾ ਵਿਖੇ 133 ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਚਾਰਲਸ ਕੱਕ ਨੇ ਕਿਹਾ ਕਿ ਆਈਸ ਦੀ ਨੀਤੀ ਵਿੱਚ ਆਇਆ ਬਦਲਾਅ ਉਹਨਾਂ ਵਿਦਿਆਰਥੀਆਂ ਦੀਆਂ ਔਂਕੜਾਂ ਖਤਮ ਨਹੀਂ ਕਰ ਸਕਦਾ ਜੋ ਪਿਛਲੇ ਸਮੇਂ ਦੌਰਾਨ ਬੁਰੀ ਤਰ੍ਹਾਂ ਗਿਰ ਗਏ। ਕਈ ਵਿਦਿਆਰਥੀਆਂ ਦੀ ਨੌਕਰੀ ਚਲੀ ਗਈ ਜਦਕਿ ਕਈਆਂ ਨੂੰ ਕਾਲਜ ਤੋਂ ਜਵਾਬ ਮਿਲ ਗਿਆ ਸੀ। ਸੋ ਅਜਿਹੇ ਵਿਦਿਆਰਥੀਆਂ 'ਚ ਕੋਈ ਕਮੀ ਨਹੀਂ ਹੈ ਜੋ ਕੋਰਸ ਦੇ ਆਖਰੀ ਸਮੈਸਟਰ ਵਿੱਚ ਆ ਕੇ ਡਿਗਰੀ ਤੋਂ ਵਾਂਝੇ ਰਹਿ ਗਏ। ਸੋਚੋ ਇਹਨਾਂ ਵਿਦਿਆਰਥੀਆਂ ਦੇ ਉੱਤੇ ਕਿੰਨਾ ਵੱਡਾ ਪ੍ਰਭਾਵ ਪਿਆ ਹੋਏਗਾ। ਵਿਦਿਆਰਥੀਆਂ ਨਾਲ ਇੰਨਾ ਮਾੜਾ ਸਲੂਕ ਹੋਇਆ ਜੋ ਬਿਆਨ ਕਰਨਾ ਵੀ ਮੁਸ਼ਕਿਲ ਹੈ ਅਤੇ ਭਵਿੱਖ 'ਚ ਇੰਟਰਨੈਸ਼ਨਲ ਸਟੂਡੈਂਟ ਅਮਰੀਕਾ ਵੱਲ ਮੂੰਹ ਨਹੀਂ ਕਰਨਗੇ ਅਗਰ ਇਸੇ ਤਰੀਕੇ ਦੇ ਹਾਲਾਤ ਰਹੇ। ਇਸੇ ਦੌਰਾਨ ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਸਖਤੀ ਦਾ ਸ਼ਿਕਾਰ ਬਣੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋ ਸਕਦੀ ਹੈ ਅਤੇ ਅਸਲ ਅੰਕੜਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ। ਸੋ ਇਹ ਸੀ ਵਿਦਿਆਰਥੀਆਂ ਦੇ ਉੱਪਰ ਕਾਰਵਾਈ ਜੋ ਟਰੰਪ ਵੱਲੋਂ ਕੀਤੀ ਗਈ ਸੀ, ਜਿਸ ਨੂੰ ਰੋਕ ਦਿੱਤਾ ਗਿਆ ਹੈ। ਫਿਲਹਾਲ ਇੱਕ ਨਵੀਂ ਨੀਤੀ ਜੋ ਹੈ ਤਿਆਰ ਕੀਤੀ ਜਾ ਰਹੀ ਹੈ ਹੋਮਲੈਂਡ ਸਿਕਿਉਰਿਟੀ ਵੱਲੋਂ ਔਰ ਇਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਵਿਦਿਆਰਥੀਆਂ ਦੇ ਨਾਲ ਕੀ ਕੀਤਾ ਜਾਏਗਾ। ਯਾਨੀ ਕਿ ਫਿਲਹਾਲ ਦੇ ਲਈ ਤਾਂ ਰੋਕ ਲਗਾ ਦਿੱਤੀ ਗਈ ਹੈ। ਨਵੀਂ ਨੀਤੀ ਦੇ ਤਹਿਤ ਸਰਵਿਸ ਜੋ ਸਟੂਡੈਂਟਸ ਹੋਣਗੇ ਜਿਨ੍ਹਾਂ ਦੇ ਥਰੂ ਵਿਦਿਆਰਥੀ ਉੱਥੇ ਪੜ੍ਹਾਈ ਕਰਦੇ ਨੇ ਉਹਨਾਂ ਦੇ ਉੱਤੇ ਕੀ ਆਉਣ ਵਾਲੇ ਸਮੇਂ ਵਿੱਚ ਕੋਈ ਮੁਕੱਦਮਾ ਹੋਏਗਾ ਜਾਂ ਨਹੀਂ ਹੋਏਗਾ ਜਾਂ ਉਹਨਾਂ ਨੇ ਡਿਪੋਰਟ ਕੀਤਾ ਜਾਏਗਾ ਨਹੀਂ ਕੀਤਾ ਜਾਏਗਾ, ਇਸ ਬਾਰੇ ਸਾਰਾ ਵਿਚਾਰ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਡਿਪੋਰਟ ਜੋ ਹੈ ਬਹੁਤ ਜ਼ਿਆਦਾ ਲੋਕ ਕੀਤੇ ਜਾ ਰਹੇ ਨੇ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਲਕੁਲ ਵੀ ਨਹੀਂ ਰਹਿਣ ਦਿੱਤਾ ਜਾਵੇਗਾ। ਟਰੰਪ ਪ੍ਰਸ਼ਾਸਨ ਦੀ ਆਹੀ ਨੀਤੀ ਹੈ, ਇਸ ਕਰਕੇ ਪੂਰਾ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਪਰ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਇੱਥੇ ਸਾਹਮਣੇ ਆਈ ਹੈ। ਡਿਪੋਰਟ ਦੇ ਵਿੱਚ ਤਾਂ ਵੱਡੇ ਸ਼ਾਮਲ ਹੀ ਸੀ, ਬੱਚੇ ਵੀ ਸ਼ਾਮਲ ਹੁੰਦੇ ਆ, ਪਰ 2 ਸਾਲ ਦੀ ਬੱਚੀ ਨੂੰ ਵੀ ਟਰੰਪ ਸਰਕਾਰ ਵੱਲੋਂ ਡਿਪੋਰਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਬਹੁਤ ਸਖਤ ਰੁਖ ਦਿਖਾ ਰਹੇ ਹਨ। ਇਸ ਦੇ ਤਹਿਤ ਅਮਰੀਕਾ ਦੀ ਨਾਗਰਿਕ ਹੋਣ ਦੇ ਬਾਵਜੂਦ ਵੀ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਬੱਚੀ ਨੂੰ ਉਸ ਦੀ ਮਾਂ ਦੇ ਨਾਲ ਹੋਂਡੂਰਸ ਭੇਜ ਦਿੱਤਾ ਗਿਆ। ਇਸ ਕਾਰਵਾਈ ਦੇ ਮਗਰੋਂ ਲੁਈਸਿਆਨਾ ਦੇ ਫੈਡਰਲ ਜੱਜ ਨੇ ਟਰੰਪ ਨੂੰ ਖਰੀਆਂ ਸੁਣਾਈਆਂ। ਜ਼ਿਲ੍ਹਾ ਜੱਜ ਟੈਰੀ ਡਾਊਟੀ ਨੇ ਖਲਸਾ ਜ਼ਾਹਰ ਕੀਤਾ ਕਿ ਟਰੰਪ ਸਰਕਾਰ ਨੇ 2 ਸਾਲ ਦੀ ਬੱਚੀ ਨੂੰ ਡਿਪੋਰਟ ਕਰਦਿਆਂ ਉਸਦੇ ਸੰਵਿਧਾਨਕ ਹੱਕਾਂ ਨੂੰ ਛਿੱਕੇ ਟੰਗਿਆ ਹੈ ਅਤੇ ਕੋਈ ਅਰਥਪੂਰਨ ਪ੍ਰਕਿਰਿਆ ਨਹੀਂ ਅਪਣਾਈ ਗਈ, ਯਾਨੀ ਕਿ ਇਸ ਉੱਤੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ। ਅਮਰੀਕਾ ਦੀ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਉਸ ਨੂੰ ਡਿਪੋਰਟ ਕਰਨਾ ਬਹੁਤ ਗਲਤ ਹੈ। ਉਧਰ ਹੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਬੀਤੇ ਮੰਗਲਵਾਰ ਨੂੰ 2 ਸਾਲ ਦੀ ਬੱਚੀ, ਉਸ ਦੀ ਮਾਂ ਅਤੇ 11 ਸਾਲ ਦੀ ਭੈਣ ਨਿਊ ਔਰਲੀਨਜ਼ ਵਿਖੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਦਫ਼ਤਰ ਪੁੱਜੇ ਸੀ, ਜਿੱਥੇ ਉਹਨਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਡਿਪੋਰਟ ਕੀਤਾ ਗਿਆ ਅਤੇ ਪ੍ਰਵਾਸੀਆਂ ਦੇ ਕਤਾਰ ਵਿੱਚ ਖੜਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮਾਮਲਾ ਜਦੋਂ ਅਦਾਲਤ ਵਿੱਚ ਪਹੁੰਚਿਆ ਤਾਂ ਜੱਜ ਨੇ ਖਰੀਆਂ ਸੁਣਾਈਆਂ। ਬੱਚੀ ਦੇ ਪਿਤਾ ਜੋ ਕਿ ਅਮਰੀਕਾ ਵਿੱਚ ਮੌਜੂਦ ਨੇ, ਜਿਸ ਵੱਲੋਂ ਤੁਰੰਤ ਕਸਟਡੀ ਹਾਸਲ ਕਰਨ ਲਈ ਐਮਰਜੈਂਸੀ ਪਟੀਸ਼ਨ ਦਾਖਲ ਕੀਤੀ ਗਈ। ਪਿਤਾ ਨੇ ਦਾਅਵਾ ਕੀਤਾ ਕਿ ਬੱਚੀ ਨੂੰ ਬਗੈਰ ਕਿਸੇ ਕਾਰਨ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਉਸਦੇ ਬੁਨਿਆਦੀ ਹੱਕਾਂ ਦੀ ਸਿੱਧੇ ਤੌਰ ਤੇ ਉਲੰਘਣਾ ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਵਕੀਲਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਮੁਵੱਕਲ
ਬੱਚੀ ਦੀ ਮਾਂ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ ਦਿੱਤੀ ਜਾ ਰਹੀ। ਯਾਨੀ ਕਿ ਬੱਚੀ ਦੇ ਮਾਂ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਸੀ, ਨਾ ਆਗਿਆ ਦਿੱਤੀ ਜਾ ਰਹੀ ਸੀ, ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ 1 ਮਿੰਟ ਦਾ ਸਮਾਂ ਮਿਲਿਆ। ਯਾਨੀ ਕਿ ਸਿਰਫ 1 ਮਿੰਟ ਮੁਲਾਕਾਤ ਦੀ ਛੋਟ ਦਿੱਤੀ ਗਈ। 1 ਮਿੰਟ ਵਿੱਚ ਬੱਚੀ ਦੇ ਮਾਪੇ ਕਿੰਨੀ ਕੁ ਗੱਲ ਕਰ ਸਕਦੇ ਹਨ, ਇਹ ਤਾਂ ਤੁਸੀਂ ਆਪ ਸੋਚ ਲਓ ਕਿ ਕਿੰਨੀ ਕੁ ਗੱਲਬਾਤ ਹੋ ਸਕਦੀ ਹੈ ਤੇ ਕੀ ਹੱਲ ਨਿਕਲ ਸਕਦਾ ਹੈ। ਉਧਰ ਅਮਰੀਕਾ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਮਾਂ ਆਪਣੀ ਬੱਚੀ ਨੂੰ ਨਾਲ ਲਿਜਾਣਾ ਚਾਹੁੰਦੀ ਸੀ। ਵਕੀਲਾਂ ਨੇ ਆਪਣੇ ਇਸ ਦਾਅਵੇ ਦੀ ਹਮਾਇਤ ਵਿੱਚ ਮਾਂ ਵੱਲੋਂ ਲਿਖਿਆ ਇੱਕ ਪੱਤਰ ਅਦਾਲਤ ਵਿੱਚ ਪੇਸ਼ ਵੀ ਕੀਤਾ, ਪਰ ਇਸ ਦੀ ਸੱਚਾਈ ਪਰਖੀ ਜਾਣੀ ਬਾਕੀ ਹੈ। ਫੈਡਰਲ ਜੱਜ ਨੇ ਇਹ ਵੀ ਕਿਹਾ ਕਿ ਸਰਕਾਰ ਸਭ ਕੁਝ ਠੀਕ-ਠਾਕ ਹੋਣ ਦਾ ਦਾਅਵਾ ਕਰ ਰਹੀ ਹੈ ਕਿਉਂਕਿ ਮਾਂ ਨੇ ਆਪਣੀ ਬੱਚੀ ਨੂੰ ਡਿਪੋਰਟ ਕੀਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਪਰ ਅਦਾਲਤ ਨੂੰ ਨਹੀਂ ਪਤਾ ਕਿ ਇਹ ਦਾਅਵਾ ਕਿੰਨਾ ਕੁ ਸੱਚਾ ਹੈ ਤੇ ਕਿੰਨਾ ਕੁ ਝੂਠਾ ਹੈ। ਉਧਰ ਹੀ ਡਾਊਟੀ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈਂਦਿਆਂ ਹਰ ਪਹਿਲੂ ਦੀ ਬਾਰੀਕੀ ਦੇ ਨਾਲ ਤਹਿਕੀਕਾਤ ਕਰਵਾਉਣ ਦੇ ਸੰਕੇਤ ਦਿੱਤੇ ਹਨ। ਇਸ ਗੱਲ ਤੋਂ ਇਹ ਤਾਂ ਅੰਦਾਜ਼ਾ ਹੋ ਰਿਹਾ ਕਿ ਅਮਰੀਕਾ ਦੇ ਵਿੱਚ ਜੋ ਯੂਐਸ ਸਿਟੀਜ਼ਨ ਹੈ ਉਹ ਵੀ ਸੁਰੱਖਿਅਤ ਨਹੀਂ ਹਨ। ਕਿਸ ਵੇਲੇ ਕਿਸ ਨੂੰ ਡਿਪੋਰਟ ਕੀਤਾ ਜਾ ਸਕੇ ਕੁਝ ਨਹੀਂ ਪਤਾ, ਚਾਹੇ ਉਸ ਵਿੱਚ ਹੁਣ 2 ਸਾਲ ਦੇ ਬੱਚੇ ਹੋਣ, 14 ਸਾਲ ਦੇ ਬੱਚੇ ਹੋਣ ਜਾਂ ਫਿਰ 23-24 ਸਾਲ ਦੇ ਬੱਚੇ ਕਿਉਂ ਨਾ ਸ਼ਾਮਲ ਹੋਣ। ਸੋ ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤ ਵਿੱਚ ਜਦੋਂ ਸੁਣਵਾਈ ਚੱਲ ਰਹੀ ਸੀ ਤਾਂ 2 ਸਾਲ ਦੀ ਬੱਚੀ, ਉਸ ਦੀ ਭੈਣ ਅਤੇ ਮਾਂ ਨੂੰ ਲਿਜਾ ਰਿਹਾ ਜਹਾਜ਼ ਮੈਕਸੀਕੋ ਦੀ ਖਾੜੀ ਉੱਪਰੋਂ ਲੰਘ ਰਿਹਾ ਸੀ। ਅੱਜ ਟਰੰਪ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਫਿਲਹਾਲ ਬੱਚੀ ਦੀ ਮਾਂ ਨਾਲ ਗੱਲ ਕਰਨੀ ਸੰਭਵ ਨਹੀਂ। ਇਸ ਮਗਰੋਂ ਜੱਜ ਸਾਹਿਬ ਨੇ ਮਾਮਲੇ ਦੀ ਸੁਣਵਾਈ 16 ਮਈ ਤੱਕ ਮੁਲਤਵੀ ਕਰ ਦਿੱਤੀ। ਹੈਰਾਨੀ ਇਸ ਗੱਲ ਦੀ ਹੈ ਕਿ ਬਤੌਰ ਫੈਡਰਲ ਜੱਜ ਟੈਰੀ ਡਾਊਟੀ ਦੀ ਨਿਯੁਕਤੀ ਡੋਨਾਲਡ ਟਰੰਪ ਵੱਲੋਂ 2017 ਵਿੱਚ ਕੀਤੀ ਗਈ ਤੇ ਉਹ ਰਾਸ਼ਟਰਪਤੀ ਦੇ ਹੱਕ ਵਿੱਚ ਕਈ ਫੈਸਲੇ ਵੀ ਸੁਣਾ ਚੁੱਕੇ ਹਨ। ਇਸੇ ਦੌਰਾਨ ਇਮੀਗ੍ਰੇਸ਼ਨ ਹਮਾਇਤੀਆਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੌਜੂਦਾ ਹਾਲਾਤ ਦਾ ਅੰਦਾਜ਼ਾ 2 ਸਾਲ ਦੀ ਬੱਚੀ ਨੂੰ ਡਿਪੋਰਟ ਕੀਤੇ ਜਾਣ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਬੱਚੀ ਤੋਂ ਪਹਿਲਾਂ ਡਿਪੋਰਟ ਕੀਤੇ ਯੂਐਸ ਸਿਟੀਜ਼ਨ ਨੂੰ ਅਦਾਲਤ ਵੱਲੋਂ ਵਾਪਸ ਲਿਆਉਣ ਦੇ ਹੁਕਮ ਦਿੱਤੇ ਗਏ ਹਨ, ਪਰ ਟਰੰਪ ਸਰਕਾਰ ਅਜਿਹਾ ਕਰਨ ਤੋਂ ਅਸਿੱਧੇ ਤੌਰ ਤੇ ਹੱਥ ਖੜੇ ਕਰ ਗਈ ਕਿਉਂਕਿ ਜਿਸ ਵਿਅਕਤੀ ਨੂੰ ਡਿਪੋਰਟ ਕੀਤਾ ਗਿਆ ਸੀ ਉਹ ਗਲਤੀ ਨਾਲ ਡਿਪੋਰਟ ਹੋ ਗਿਆ ਸੀਗਾ ਔਰ ਇਸ ਡਿਪੋਰਟ ਤੋਂ ਬਾਅਦ ਉਸ ਨੂੰ ਵਾਪਸ ਅਮਰੀਕਾ ਬੁਲਾਇਆ ਜਾਣ ਦੇ ਹੁਕਮ ਜਾਰੀ ਕੀਤੇ ਗਏ ਸੀ ਅਦਾਲਤ ਵੱਲੋਂ, ਪਰ ਟਰੰਪ ਸਰਕਾਰ ਵੱਲੋਂ ਹਾਲੇ ਤੱਕ ਉਸ ਵਿਅਕਤੀ ਨੂੰ ਅਮਰੀਕਾ ਵਿੱਚ ਵਾਪਸ ਨਹੀਂ ਲਿਆਂਦਾ ਗਿਆ, ਉਸ ਨੂੰ ਅਲ ਸਲਵਾਡੋਰ ਹੀ ਭੇਜ ਦਿੱਤਾ ਗਿਆ। ਟਰੰਪ ਸਰਕਾਰ ਦਾ ਕਹਿਣਾ ਹੈ ਕਿ ਅਲ ਸਲਵਾਡੋਰ ਦੀ ਜੋ ਸਰਕਾਰ ਹੈ ਉਸਦੇ ਹੱਥ ਵਿੱਚ ਇਸ ਦੀ ਤਾਕਤ ਹੈ, यानी कि उस व्यक्ति ਨੂੰ ਵਾਪਸ ਭੇਜਣ ਦੀ। ਉਧਰ ਹੀ ਅਲ ਸਲਵਾਡੋਰ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਹ ਸ਼ਕਤੀ ਨਹੀਂ ਹੈ ਕਿ ਉਹ ਇਸ ਵਿਅਕਤੀ ਨੂੰ ਜੋ ਅਮਰੀਕਾ ਤੋਂ ਗਲਤੀ ਨਾਲ ਡਿਪੋਰਟ ਹੋਇਆ ਉਸ ਨੂੰ ਵਾਪਸ ਭੇਜ ਸਕੇ। ਅਮਰੀਕਾ ਦੇ ਵਿੱਚ ਇਸ ਵੇਲੇ ਡੋਨਾਲਡ ਟਰੰਪ ਆਪਣਾ ਦੂਸਰਾ ਕਾਰਜਕਾਲ ਸੰਭਾਲ ਰਹੇ ਨੇ। ਪਹਿਲੇ ਕਾਰਜਕਾਲ ਦੇ ਵਿੱਚ ਡੋਨਾਲਡ ਟਰੰਪ ਨੂੰ ਸ਼ਾਇਦ ਇੰਨਾ ਐਕਸਪੀਰੀਅੰਸ ਨਹੀਂ ਸੀਗਾ, ਉਹ ਖੁਦ ਇਸ ਗੱਲ ਨੂੰ ਕਹਿੰਦੇ ਨੇ, ਪਰ ਜਦੋਂ ਉਹਨਾਂ ਨੇ ਆਪਣਾ ਦੂਸਰਾ ਕਾਰਜਕਾਲ ਸੰਭਾਲਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਨੋ ਐਕਸਪੀਰੀਅੰਸ ਹੋ ਚੁੱਕੇ ਨੇ और उन्होंने पता चल गया कि की करना चाहिए कि ते की नहीं करना चाहिए। दूसरे कार्यकाल दे विच डोनाल्ड ट्रंप ने बहुत बड़े वादे ते दावे किए हैं, हौली हौली करदे वो अपने दावियां नूं पूरा भी कर रहे हैं। ऐसा बिल्कुल भी नहीं है कि जो उन्होंने दावे या वादे अमरीकी नागरिकों नाल कीते सी उस नूं पूरा नहीं किया जा रहा, उन्हां सब नूं पूरा किया जा रहा है। फिलहाल जो बच गए ने उन्हां नूं भी हौली हौली आने वाले समय में पूरा किया जाएगा। किते ना किते ट्रंप सरकार के फैसलों तो कुछ लोग बहुत खुश भी ने तो बहुत सारे लोग इस फैसले तो नाराज़ भी ने। यानी कि ट्रंप नूं जदों लोकां ने चुनिया सी तां इस विच खास मुद्दा गैर कानूनी प्रवासियों का मन्निया गया सी, क्योंकि ट्रंप सरकार ने अपनी चोण रैलियां दौरान गैर कानूनी प्रवासियों का मुद्दा बहुत चुकिया सी अते इस गल का वादा किया सी कि जिस दिन उन्हां दी सरकार आएगी वो गैर कानूनी प्रवासियों नूं अमेरिका चों डिपोर्ट कर देंगे, यानी कि देश विच गैर कानूनी प्रवासियों का सफाया कर देंगे। ट्रंप सरकार का यानी ट्रंप का खुद भी कहना है कि उन्होंने लोगों ने इसी करके जिताया है कि अमेरिका दे विच वधिया काम कर सकन, अमेरिका की सुरक्षा का ध्यान रख सकन ते अमेरिका दे विचों गैर कानूनी प्रवासियों नूं बाहर कढ सकन ते अमरीकी नागरिकों के हक दे गल कर सकन। और अमेरिका दे विच दूसरा कार्यकाल शुरू होंदे ही डोनाल्ड ट्रंप ने अपने सारे दावे वादियां नूं पूरा करना शुरू कर दिता। गैर कानूनी प्रवासियों नूं तां पहले दिन तो ही डोनाल्ड ट्रंप ने बाहर कढ़ना शुरू कर दिता, जिसकी कार्रवाई हाले तक चल रही है। 20 जनवरी नूं उन्होंने अपने दूसरे कार्यकाल का अहुदा संभालिया सी, पर हुण इत्थे वड्डा सवाल ये उठदा है कि डोनाल्ड ट्रंप की तीसरी बार भी अमेरिका के राष्ट्रपति बनणगे। इस दे हक विच बहुत सारे लोग हो भी सकते हैं ते बहुत सारे लोग नहीं भी हो सकते।
दूसरे कार्यकाल तो ये अंदाजा लगाया जाएगा कि तीसरी बार राष्ट्रपति बन सकते कि नहीं। पर इस तो पहला ਇਹ ਸਵਾਲ ਉੱਠਦਾ ਹੈ ਕਿ ਅਮਰੀਕਾ ਵਿੱਚ ਦੋ ਕਾਰਜਕਾਲ ਸੰਭਾਲਣ ਤੋਂ ਬਾਅਦ ਯਾਨੀ ਕਿ 2 ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਕੀ ਕੋਈ ਰਾਸ਼ਟਰਪਤੀ ਤੀਸਰੀ ਵਾਰ ਵੀ ਰਾਸ਼ਟਰਪਤੀ ਬਣ ਸਕਦਾ ਹੈ? ਤੇ ਮੈਂ ਤੁਹਾਨੂੰ ਦੱਸਦਾ ਨਹੀਂ, ऐसा नहीं हो सकता। पर इसके बावजूद भी डोनाल्ड ट्रंप इस गल का दावा कर रहे हैं कि अमेरिका दे विचों तीसरी बार राष्ट्रपति बन सकते हैं। वो किहड़े तरीके ने इस बारे तो उन्होंने नहीं कहा, पर उन्होंने ये जरूर हिंट दिता है कि इसके होर भी तरीके ने। पर हुण देखना यही होगा कि दूसरे कार्यकाल के खत्म होने तो बाद कि अमरीकी राष्ट्रपति डोनाल्ड ट्रंप तीसरी बार अपने कार्यकाल दे विच आउंदे ने कि नहीं आउंदे। फिलहाल इसके चांसिस तो 80% नहीं है, पर जो 20% बचे है इस विच डोनाल्ड ट्रंप ही जानते हैं वो ऐसी केड़ी तकनीक है जिसके थ्रू वो तीसरी बार राष्ट्रपति बन सकते हैं। सो तीजी बार अमेरिका का राष्ट्रपति बनने के सुपने डोनाल्ड ट्रंप ने देखने शुरू भी कर दिते हैं। डोनाल्ड ट्रंप के वलों 2028 का प्रचार हुणे तो शुरू कर दिता गया है। जी हाँ, बिल्कुल सही सुन रहे हो, 2028 ओनू टाइम है, यानी कि 2028 और वक्त होएगा जो अमेरिका का अगला राष्ट्रपति चुनिया जाएगा। पर ट्रंप का यह कहना है कि वो अपना तीसरा कार्यकाल संभालेंगे 2028 के विच। सो ट्रंप स्टोर वालों 2028 दियां टोपियां जारी कीतियां गईयां हन। ट्रंप के स्टोर तो उन्हां दियां लाल टोपियां विक रही ने जो 2028 नूं प्रमोट कर रही ने उन्हां दे कार्यकाल नूं। सो जिन्हां तो भविख दे मनसूबिਆਂ का अंदाजा साफ लगाया जा सकता है। लाल रंग की टोपी का मुल $50 तय करदियां 22वीं संविधानक सोध नाल संबंधित एक टिप्पणी भी लिखी गई, पर इसनूं जल्दी हटा दिता गया। पिछले दिनी ट्रंप ने साफ लफ्ज़ां विच कहा सी कि वो तीजे कार्यकाल का राह पद्धरा करके ही दम लैणगे। फ्रैंकलिन रूजवेल्ट दे लगातार 4 बार राष्ट्रपति चुने जाण मगरों अमेरिका के संविधान विच कीती गई 22वीं सोध राही पक्का कर दिता गया कि कोई भी आगू 2 बार तो बाद अमेरिका का राष्ट्रपति नहीं बन सकता। उधर ट्रंप दीयां टिप्पणियां वड्डी अहमियत रखदियां हन क्योंकि उन्होंने 4 साल पहला जो बाइडन हथों होई हार परवाह ना करने दे संकेत दिते सन अते अमेरिका की संसद ते हमला भी होया सी। उस वेले ट्रंप विरुद्ध पहला महादोष लाए जाण की सुनवाई दौरान मोहरी रोल अदा करने वाले न्यूयॉर्क नाल संबंधित हाउस ऑफ रिप्रेजेंटेटिव्स के मैंबर डैनियल गोल्डमैन का कहना सी कि जे रिपब्लिकन पार्टी के कांग्रेस मैंबर संविधान उत्ते यकीन रखते हैं तो वो ट्रंप के तीजी बार राष्ट्रपति बनने का विरोध जरूर करेंगे। इसके अलावा बोस्टन की नॉर्थ ईस्ट यूनिवर्सिटी के विच संविधानक कानून के एक प्रोफैसर का कहना सी कि तीजे कार्यकाल का कोई कानूनी आधार मौजूद ही नहीं है। यूनिवर्सिटी ऑफ नोट्रे डाम विच चोण कानूनों के प्रोफैसर ने यह कहा कि 1804 के विच कीती गई 12वीं संविधानक सोध मुताबक राष्ट्रपति के ओहदे लई अयोग आगू अमेरिका के उपराष्ट्रपति के ओहदे वास्ते योग नहीं हो सकता, जिसका सीधा मतलब ये निकलता है कि ट्रंप 2028 दियां चोणां दे विच उपराष्ट्रपति की चोण भी नहीं लड़ सकते, पर वो तो राष्ट्रपति चोण लड़न का दावा कर रहे हैं। सो जिवें कि कुछ सियासी माहरां दे वल्लों कियास लगाए जा रहे हैं और मुलर ने दावा किया कि डोनाल्ड ट्रंप कुछ सियासी कारणों करके तीजे कार्यकाल का राग अलाप रहे हैं, यानी कि कुछ कारण ऐसे हैं जिस करके ही उन्होंने एक गल आखी कि तीसरी बार राष्ट्रपति बननगे। इन्हां सारे दावियां दे उल्ट टेनेंसी तो रिपब्लिकन पार्टी के संसद मैंबर एंडी ऑगलस वालों एक तजवीज़ पेश की गई जिस विच लिखा गया कोई शख्स 3 बार तो बाद अमेरिका का राष्ट्रपति नहीं बन सकता अते लगातार 2 बार राष्ट्रपति बनन मगरों उसनूं तीजा कार्यकाल भी नहीं मिल सकता। इस पंबलपूसे दरमियान ट्रंप दियां लाल टोपियां भी बाजार विच पुज चुकियां हन, पर उन्हां दे तीसरी बार राष्ट्रपति बनन ते बहुत बड़े सवाल उठ रहे ने अते कुछ लोग तो चाहते हैं कि वो आ जान, पर कुछ लोग नहीं भी चाहते। पर ऐसा हो सकता है कि नहीं हो सकता, ये सोचने वाली गल है क्योंकि ट्रंप प्रशासन या फिर मैं कहां ट्रंप बिल्कुल ओपोजिट गल कर रहे हैं। जिथे 22वीं सोध ये कहती है कि अमेरिका के विच तीसरा राष्ट्रपति नहीं बन सकता जिसने 2 बारी अपना कार्यकाल संभाल लिया, उधर डोनाल्ड ट्रंप किस हक के नाल दावा कर रहे हैं कि वो तीसरी बार भी अमेरिका का राष्ट्रपति बन सकते हैं। है तो बहुत दिलचस्प गल, ये देखना भी जरूर होगा कि ऐसी केड़ी चीज़ है जो ट्रंप नूं इन्ने ज़्यादा हौसला दे रही है या फिर मैं कहां ट्रंप नूं इस गल का
एहसास दिवा रही है या विश्वास दिवा रही है कि तीसरी बार राष्ट्रपति बन सकते हैं। अगर ऐसा ਹੁੰਦਾ ਹੈ ਤੇ ਕੀ ਹੋਏਗਾ ਅਮਰੀਕਾ ਦੇ ਵਿੱਚ, ਇਹ ਵੀ ਦੇਖਣਾ ਬਹੁਤ ਹੀ ਇੰਟਰਸਟਿੰਗ ਹੋਏਗਾ। ਹੁਣ ਗੱਲ ਕਰ ਲੈਂਦੇ ਹਾਂ ਜੀ ਭਾਰਤ ਅਤੇ ਪਾਕਿਸਤਾਨ ਦੀ। ਭਾਰਤ ਤੇ ਪਾਕਿਸਤਾਨ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਨੇ। ਇਹ ਸਬੰਧ ਤਾਂ ਪਹਿਲੇ ਵੀ ਖਰਾਬ ਸੀ, ਪਰ ਕਿਤੇ ਨਾ ਕਿਤੇ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਜੋ ਸਬੰਧ ਨੇ ਠੀਕ ਹੋ ਸਕਦੇ ਹੈ, ਪਰ ਐਸਾ ਨਹੀਂ ਹੋ ਸਕਿਆ। ਭਾਰਤ ਪਾਕਿਸਤਾਨ ਦੇ ਸਬੰਧ ਉਦੋਂ ਹੋਰ ਵੀ ਜ਼ਿਆਦਾ ਖਰਾਬ ਹੋ ਗਏ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਹਮਲਾ ਕੀਤਾ ਤੇ 26 ਮਾਸੂਮ ਲੋਕਾਂ ਦੀ ਜਾਨ ਲੈ ਲਈ, ਜਿਸ ਦੀ ਜ਼ਿੰਮੇਵਾਰੀ ਵੀ ਲਈ ਹੈ TRF ਨੇ। ਔਰ ਇਹ ਕਿਹਾ ਜਾ ਰਿਹਾ ਇਸ ਦਾ ਪਾਕਿਸਤਾਨ ਦੇ ਨਾਲ ਸਬੰਧ ਹੈ। ਇਸ ਕਰਕੇ ਭਾਰਤ ਨੇ ਪਾਕਿਸਤਾਨ ਤੇ ਵੱਡੀ ਕਾਰਵਾਈ ਕੀਤੀ ਹੈ। ਪਾਕਿਸਤਾਨ ਤੇ ਭਾਰਤ ਦੇ ਇਸ ਤਣਾਅ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ, ਪ੍ਰਧਾਨ ਮੰਤਰੀਆਂ ਨੇ ਜਾਂ ਮੰਤਰੀਆਂ ਨੇ ਆਪਣੇ ਬਿਆਨ ਜਾਰੀ ਕੀਤੇ। ਯਾਨੀ ਕਿ ਪੂਰੀ ਦੁਨੀਆ ਨੇ ਇਸ ਉੱਤੇ ਦੁੱਖ ਪ੍ਰਗਟ ਕੀਤਾ, ਚਿੰਤਾ ਪ੍ਰਗਟ ਕੀਤੀ ਤੇ ਇਸ ਨੂੰ ਘਿਨੌਣਾ ਅਪਰਾਧ ਕਿਹਾ, ਇਸ ਦੀ ਨਿੰਦਾ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਤੋਂ ਪਿੱਛੇ ਨਹੀਂ ਰਹੇ। ਹਰ ਇੱਕ ਦੇਸ਼ ਨੇ ਭਾਰਤ ਦਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਅੱਤਵਾਦੀਆਂ ਨੂੰ ਕਟਹਿਰੇ ਵਿੱਚ ਲਿਆ ਕੇ ਉਹਨਾਂ ਦੇ ਉੱਤੇ ਮੁਕੱਦਮਾ ਦਾਇਰ ਕਰਕੇ ਜਾਂ ਫਿਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਕਹੀ ਹੈ। ਉਧਰ ਹੀ ਅਮਰੀਕਾ ਦੇ ਵਿੱਚ FBI ਡਾਇਰੈਕਟਰ ਨੇ ਅੱਤਵਾਦ ਵਿਰੁੱਧ ਭਾਰਤ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। FBI ਦੇ ਡਾਇਰੈਕਟਰ ਕਸ਼ ਪਟੇਲ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਾਰੇ ਪੀੜਤਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਭਾਰਤ ਸਰਕਾਰ ਨੂੰ ਅਮਰੀਕਾ ਦੇ ਪੂਰੇ ਸਮਰਥਨ ਦੀ ਪੁਸ਼ਟੀ ਕੀਤੀ। ਪਟੇਲ ਨੇ ਕਿਹਾ ਕਿ ਪਹਿਲਗਾਮ ਹਮਲਾ ਦੁਨੀਆ ਨੂੰ ਅੱਤਵਾਦ ਦੀ ਬੁਰਾਈ ਤੋਂ ਪੈਦਾ ਹੋਣ ਵਾਲੇ ਲਗਾਤਾਰ ਖਤਰੇ ਦੀ ਯਾਦ ਦਿਵਾਉਂਦਾ ਹੈ। ਐਕਸ ਤੇ ਇੱਕ ਪੋਸਟ ਵਿੱਚ ਕਸ਼ ਪਟੇਲ ਨੇ ਲਿਖਿਆ ਕਿ FBI ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਾਰੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ ਅਤੇ ਭਾਰਤ ਸਰਕਾਰ ਨੂੰ ਆਪਣਾ ਪੂਰਾ ਸਮਰਥਨ ਪ੍ਰਦਾਨ ਕਰਨਾ ਜਾਰੀ ਰੱਖੇਗਾ। ਇਹ ਅੱਤਵਾਦ ਦੀ ਬੁਰਾਈ ਤੋਂ ਦੁਨੀਆ ਨੂੰ ਦਰਪੇਸ਼ ਲਗਾਤਾਰ ਖਤਰੇ ਦੀ ਯਾਦ ਦਿਵਾਉਂਦਾ ਹੈ ਅਤੇ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰੋ। 22 ਅਪ੍ਰੈਲ ਨੂੰ ਉਹ ਦਿਨ ਸੀ ਜਦੋਂ ਉਹਨਾਂ ਮਾਸੂਮ ਲੋਕਾਂ ਦੇ ਉੱਤੇ ਪਹਿਲਗਾਮ ਦੇ ਬੈਸਰ ਮੈਦਾਨ ਵਿੱਚ ਸੈਲਾਨੀਆਂ ਦੇ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਤੇ 26 ਲੋਕ ਮਾਰੇ ਗਏ ਸੀ ਇਸ ਵਿੱਚ ਅਤੇ ਕਈ ਹੋਰ ਲੋਕ ਜ਼ਖਮੀ ਵੀ ਹੋ ਗਏ ਸੀ। ਇਹ ਉਹ ਲੋਕ ਸੀ ਜਿਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੀ ਮੌਤ ਉਹਨਾਂ ਦੇ ਸਾਹਮਣੇ ਖੜੀ ਹੈ। ਫੌਜੀ ਦੀ ਵਰਦੀ ਪਾ ਕੇ ਯਾਨੀ ਕਿ ਫੌਜੀ ਡਰੈਸ ਵਿੱਚ ਉਹ ਲੋਕ ਆਏ ਸੀ, ਜਿਸ ਕਰਕੇ ਇਹਨਾਂ ਸੈਲਾਨੀਆਂ ਨੂੰ ਕੋਈ ਅੰਦਾਜ਼ਾ ਨਹੀਂ ਹੋ ਸਕਿਆ ਕਿ ਇਹਨਾਂ ਦੇ ਸਾਹਮਣੇ ਜੋ ਸ਼ਖਸ ਖੜਾ ਹੈ ਉਹ ਭਾਰਤ ਦੇ ਫੌਜ ਦਾ ਹੈ ਜਾਂ ਫਿਰ ਉਹਨਾਂ ਦੀ ਮੌਤ ਹੈ। ਉਹਨਾਂ ਤੋਂ ਉਹਨਾਂ ਦੇ ਧਰਮ ਪੁੱਛ ਕੇ, ਨਾਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਤੋਂ ਇਲਾਵਾ ਇੱਕ ਮੁਸਲਮਾਨ ਦੀ ਵੀ ਮੌਤ ਹੋਈ ਹੈ ਔਰ ਇਸ ਮੁਸਲਮਾਨ ਨੇ ਜੋ ਕਿ ਉਸ ਸਮੇਂ ਉੱਥੇ ਮੌਜੂਦ ਸੀ ਇਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ। ਸੋ ਇਨ੍ਹਾਂ ਵਿੱਚ 26 ਲੋਕ ਜਿਹੜੇ ਨੇ ਮਾਰੇ ਗਏ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਅਤੇ ਅੱਤਵਾਦੀ ਹਮਲੇ ਵਿੱਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ। ਟਰੰਪ ਨੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਘਿਨੌਣੇ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਭਾਰਤ ਨੂੰ ਪੂਰਾ ਸਮਰਥਨ ਦਿੱਤਾ ਕਿ ਉਹਨਾਂ ਕੋਲ ਜੋ ਕੁਝ ਵੀ ਹੋਏਗਾ ਉਹ ਕਰਨਗੇ ਭਾਰਤ ਲਈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਵਾਂ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਐਸਾ ਕਬੂਲਨਾਮਾ ਕੀਤਾ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਚੁੱਕੇ ਨੇ। ਪਾਕਿਸਤਾਨ ਦੇ ਵਿੱਚ ਅੱਤਵਾਦ ਸ਼ੁਰੂ ਤੋਂ ਰਹੇ ਨੇ, ਇਸ ਗੱਲ ਨੂੰ ਹਰ ਕੋਈ ਜਾਣਦਾ ਹੈ। ਪਾਕਿਸਤਾਨ ਇਹਨਾਂ ਨੂੰ ਪਨਾਹ ਦਿੰਦਾ ਹੈ, ਇਹਨਾਂ ਦਾ ਸਮਰਥਨ ਕਰਦਾ ਹੈ, ਇਸ ਕਰਕੇ ਪਾਕਿਸਤਾਨ ਹਮੇਸ਼ਾ ਇਸ ਗੱਲ ਤੋਂ ਬਦਨਾਮ ਰਿਹਾ ਹੈ। ਔਰ ਉਧਰ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਹ ਕਬੂਲ ਕਰ ਲਿਆ ਕਿ ਉਹਨਾਂ ਦਾ ਮੁਲਕ ਅਮਰੀਕਾ ਅਤੇ ਹੋਰਨਾਂ ਪੱਛਮੀ ਮੁਲਕਾਂ ਦੇ ਕਹਿਣ ਤੇ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਨੂੰ ਸਿਖਲਾਈ ਦਾ ਗੰਦਾ ਕੰਮ ਕਰਦਾ ਆਇਆ ਹੈ ਅਤੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਪਨਾਹ ਦੇ ਰਿਹਾ ਹੈ। UK ਦੇ ਇੱਕ ਚੈਨਲ ਦੀ ਐਂਕਰ ਦੇ ਵੱਲੋਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਵਾਸਤੇ ਜ਼ਿੰਮੇਵਾਰ ਹੈ, ਤਾਂ ਉਹਨਾਂ ਨੇ ਕਿਹਾ ਕਿ ਕੌਮਾਂਤਰੀ ਤਾਕਤਾਂ ਨੇ ਆਪਣੇ ਹਿੱਤਾਂ ਵਾਸਤੇ ਹਮੇਸ਼ਾ ਪਾਕਿਸਤਾਨ ਨੂੰ ਵਰਤਿਆ ਹੈ ਅਤੇ ਇਹ ਕੌਮਾਂਤਰੀ ਤਾਕਤਾਂ ਕਰਕੇ ਹੀ ਐਸਾ ਹੋਇਆ ਕਿ ਅੱਜ ਉਹਨਾਂ ਨੂੰ ਯੂਜ਼ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਖਵਾਜਾ ਆਸਿਫ ਨੇ ਇਹ ਵੀ ਮੰਨਿਆ ਕਿ ਅੱਤਵਾਦੀਆਂ ਦੀ ਹਮਾਇਤ ਕਰਦਿਆਂ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੰਦਿਆਂ ਵੱਡੀ ਗਲਤੀ ਕੀਤੀ ਹੈ ਅਤੇ ਇਸ ਦੀ ਸਜ਼ਾ ਭੁਗਤ ਰਹੇ ਹਾਂ। ਯਾਨੀ ਕਿ ਪਾਕਿਸਤਾਨ 30 ਸਾਲ ਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ ਅਤੇ ਇਸ ਟ੍ਰੇਨਿੰਗ ਦਾ ਨਤੀਜਾ ਇਹ ਨਿਕਲਿਆ ਕਿ ਇਹ ਅੱਤਵਾਦ ਅੱਜ ਨੇ ਖੁੱਲ ਚੁੱਕੇ ਨੇ ਕਿ ਕਿਤੇ ਵੀ ਜਾ ਕੇ ਆਮ ਜਾਂ ਮਾਸੂਮ ਲੋਕਾਂ ਦੀ ਹੱਤਿਆ ਕਰ ਦਿੰਦੇ ਨੇ, ਭਾਰਤ ਦੇ ਲੋਕਾਂ ਨੂੰ ਵੀ ਮਾਰ ਦਿੰਦੇ ਨੇ। ਪਾਕਿਸਤਾਨ ਦੇ ਵਿੱਚ ਵੀ ਅੱਤਵਾਦੀ ਹਮਲੇ ਹੋ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਜੇ ਪਾਕਿਸਤਾਨ ਸੋਵੀਅਤ ਯੂਨੀਅਨ ਵਿਰੁੱਧ ਜੰਗ ਵਿੱਚ ਸ਼ਾਮਲ ਨਾ ਹੁੰਦਾ ਤਾਂ ਮੁਲਕ ਦਾ ਰਿਕਾਰਡ ਬੇਦਾਗ ਹੁੰਦਾ। ਪਹਿਲਗਾਮ ਮਾਮਲੇ ਬਾਰੇ ਖਵਾਜਾ ਆਸਿਫ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਸ਼ੁਰੂ ਹੋਇਆ ਵਿਵਾਦ
जंग का रूप अख्तियार कर सकता है। उन्होंने दावा किया कि भारत जो भी करेगा पाकिस्तान उसका जवाब देगा। जे चीज़ां गलत होईयां तो इस टकराव का असर खतरनाक हो सकता है। पाकिस्तान के रक्षा मंत्री का कहना सी कि दुनिया नूं चिंतित होना चाहिए क्योंकि दोहां मुल्कां कोल परमाणु हथियार मौजूद हैं। इस दे नाल परमाणु हथियारां तो तुहानूं ये दस दवां कि पाकिस्तान के रेल मंत्री ने भारत नूं धमकी दी है कि वह परमाणु बंब का इस्तेमाल कर सकते हैं अगर उन्होंने सिंधु नदी का पानी रोकया। उन्होंने उम्मीद जाहिर की है कि दोवें मुल्क गलबात राही मसला सुलझाउण विच सफल होणगे। पहलगाम विखे अतवादी हमले की जिम्मेवारी लैण वाली जथेबंदी दा रेजिडेंस फ्रंट बारे पूछे जाण ते ख्वाजा आसिफ ने कहा कि उन्होंने पहला कदे भी ना नहीं सुनिया। जदों उन्होंने चेते करवाया गया कि TRF लश्कर ए तोयबा का हिस्सा है तो उन्होंने कहा कि लश्कर की होंद हुण बाकी नहीं बची। दूजे पासे पाकिस्तान के विदेश मंत्री इसहाक डार ने पहलगाम हमले के अतवादियों को आज़ादी घुलाटिया करार दिता। इस तो यह गल साफ नजर आ रही है कि किस तरीके दे नाल पाकिस्तान इन अतवादियों ने मिलिया होया सी ते किस तरीके नाल अतवादियों को आज़ादी घुलाटिया कोशिश किया जा रहा है जिन्हों ने मासूम लोगों की बिना किसी गल तो जान ले ली। पत्रकारों के नाल गलबात करदे यह भी कहा कि सानू शुक्रगुजार होना चाहिए कि ये फ्रीडम फाइटर्स भी हो सकते हैं। हालांकि असीं नहीं जानते कि वो कौन सन। संभावित तौर पर अपनी नाकामी और घरेलू सियासत भी पाकिस्तान विरुद्ध इल्जाम लग रहे हैं। इतने दसना बंद है कि इसहाक डार पाकिस्तान के उप प्रधानमंत्री भी रह चुके हैं। उन्होंने सवालिया लहजे विच कहा कि जे पहलगाम हमले विच पाकिस्तान की शमूलियत का कोई सबूत है तो यह दुनिया सामने पेश किया जाए। डार का कहना सी कि हालात के मद्देनज़र उन्होंने बांग्लादेश और अफगानिस्तान के दौरे रद्द कर दिए ताकि कूटनीतिक हुंगारा तैयार किया जा सके। सो ये पाकिस्तान के भारत संबंध जिहड़े ने आने वाले समय होर बिगड़ सकते हैं। इतों तक कि पुतिन ने भी इस गल नूं लैके अपनी चिंता जाहिर की है तो अपने देश के नागरिकों को अगवा कर दिता है कि कोई भी भारत ते पाकिस्तान का दौरा ना करन या फिर उत्तरी यात्रा ना करन क्योंकि भारत पाकिस्तान विचाले कभी भी युद्ध छिड़ सकता है। सो ऐसी अज प्रोग्राम इंटरनेशनल अपडेट विच कुछ खास अपडेट्स और अपडेट्स लैके मैं सुबह फिर तो हाजिर होवांगी। तुसीं बने रहो जी साडे चैनल पंजाब मेल यूएसए टीवी दे नाल। तुहाडे सब दा बहुत बहुत धन्नवाद।